ਦੋਸਤੋ, ਅੱਜ ਅਸੀਂ ਮਾਰਕਸਵਾਦ ਦੀ ਜਾਣ ਪਛਾਣ ਦਾ ਚੌਥਾ ਭਾਗ ਪੇਸ਼ ਕਰਾਂਗੇ। ਇਸ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਸਮਾਜ ਦਾ ਵਿਕਾਸ ਮਾਰਕਸਵਾਦ ਦੇ ਨਜ਼ਰੀਏ ਮੁਤਾਬਕ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਧਰਮ ਜਗੀਰੂ ਸਮਾਜ ਦਾ ਆਧਾਰ ਹੋਣ ਕਾਰਨ ਹਾਕਮ ਜਮਾਤ ਤੇ ਪੁਜਾਰੀ ਸ਼੍ਰੇਣੀ ਦੇ ਹਿੱਤ ਸਾਂਝੇ ਸਨ। ਕਿਉਂਕਿ ਪੈਦਾਵਾਰੀ ਸ਼ਕਤੀਆਂ ਦੀ ਮਾਲਕ ਰਜਵਾੜਾ ਸ਼ਾਹੀ ਸੀ, ਸੋ ਪੁਜਾਰੀ ਸ਼੍ਰੇਣੀ ਨੂੰ ਜੀਵਨ ਨਿਰਵਾਹ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਹਾਕਮ ਜਮਾਤ ਨਾਲ ਮਿਲ ਕੇ ਚੱਲਣਾ ਜ਼ਰੂਰੀ ਸੀ। ਗੱਲ ਮੁੱਕਦੀ ਪੁਜਾਰੀ ਸ਼੍ਰੇਣੀ ਅਤੇ ਹਾਕਮ ਜਮਾਤ ਇੱਕ ਦੂਸਰੇ ਦੇ ਪੂਰਕ ਹੋ ਕੇ ਚੱਲਦੇ ਸਨ। ਧਰਮ ਹਾਕਮ ਜਮਾਤ ਨਾਲ ਮਿਲ ਕੇ ਹਰੇਕ ਉਸ ਨਵੇਂ ਵਿਚਾਰ ਦੇ ਰਸਤੇ ਵਿੱਚ ਅੜਚਨਾਂ ਖੜੀਆਂ ਕਰਦਾ ਜਿਸ ਨਾਲ ਸਮਾਜਿਕ ਵਿਕਾਸ ਹੋਣ ਦੀ ਸੰਭਾਵਨਾ ਹੁੰਦੀ। ਜਦੋਂ ਬਰਤਾਨੀਆ ਤੇ ਬਾਕੀ ਯੂਰਪ ਵਿੱਚ ਮਸ਼ੀਨ ਦੀ ਕਾਢ ਨਾਲ ਪੈਦਾਵਾਰ ਦੇ ਵਸੀਲਿਆਂ ਜਾਂ ਸਾਧਨਾਂ ਵਿੱਚ ਤਬਦੀਲੀ ਆਈ ਤਾਂ ਸੰਸਥਾਵਾਂ ਤੇ ਵਿਚਾਰਾਂ ਨੇ ਵੀ ਆਪਣਾ ਨਵਾਂ ਰੂਪ ਧਾਰਨ ਕੀਤਾ। ਮੁੱਕਦੀ ਗੱਲ, ਉਦਯੋਗਿਕ ਕ੍ਰਾਂਤੀ ਨੇ ਮਨੁੱਖੀ ਸਮਾਜ ਦੇ ਇਤਿਹਾਸ ਦਾ ਇੱਕ ਨਵਾਂ ਅਧਿਆਇ ਰਚਿਆ। ਮਨੁੱਖੀ ਗਿਆਨ ਦੇ ਅਮਲ ਨੇ ਵਿਗਿਆਨਕ ਕਾਢਾਂ ਦਾ ਮੁੱਢ ਬੰਨ੍ਹਿਆ। ਇਸ ਲਈ ਅਜੋਕੇ ਯੁੱਗ ਦੀ ਬੁਨਿਆਦ ਵਿਗਿਆਨ ਤੇ ਤਕਨਾਲੋਜੀ ਹੈ। ਮੁੱਕਦੀ ਗੱਲ, ਉਦਯੋਗਿਕ ਕ੍ਰਾਂਤੀ ਨੇ ਮਨੁੱਖੀ ਸਮਾਜ ਦੇ ਇਤਿਹਾਸ ਦਾ ਨਵਾਂ ਅਧਿਆਇ ਰਚਿਆ। ਮਨੁੱਖੀ ਗਿਆਨ ਦੇ ਅਮਲ ਨੇ ਵਿਗਿਆਨ ਦਾ ਮੁੱਢ ਬੰਨ੍ਹਿਆ। ਇਸ ਲਈ ਅਜੋਕੇ ਯੁੱਗ ਦੀ ਬੁਨਿਆਦ ਵਿਗਿਆਨ ਤੇ ਤਕਨਾਲੋਜੀ ਹੈ। ਸੋ ਅੱਜ ਧਰਮ ਦਾ ਵਿਚਾਰ ਇਸ ਦੇ ਮੁਕਾਬਲੇ ਬਹੁਤ ਹੀ ਪਛੜ ਚੁੱਕਿਆ ਹੈ। ਪਰ ਸਮਾਜ ਦੀਆਂ ਸ਼੍ਰੇਣੀਆਂ ਵਿਚਲੀ ਇਹ ਵੰਡ ਮਨੁੱਖ ਦੁਆਰਾ ਜੀਵਨ ਨਿਰਵਾਹ ਖਾਤਰ ਚੀਜ਼ਾਂ ਪੈਦਾ ਕਰਨ ਲਈ ਹੋਈ ਸੀ। ਸਮਾਜ ਵਿਚਲਾ ਇੱਕ ਵਰਗ ਪੈਦਾਵਾਰੀ ਸ਼ਕਤੀਆਂ ਦਾ ਮਾਲਕ ਬਣ ਗਿਆ ਤੇ ਦੂਸਰਾ ਕਾਮਾ ਸ਼੍ਰੇਣੀ ਜਿਹੜੀ ਆਪਣੇ ਲਈ ਅਤੇ ਮਾਲਕਾਂ ਵਾਸਤੇ ਪੈਦਾਵਾਰ ਕਰਦੀ ਸੀ। ਯਾਦ ਰਹੇ, ਇਸ ਲਈ ਇਹ ਵੰਡ ਵਰਤੀਆਂ ਜਾਂਦੀਆਂ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਪੜਾਅ ਉੱਤੇ ਨਿਰਭਰ ਕਰਦੀ ਹੈ। ਜਿਵੇਂ ਪਹਿਲਾਂ ਪਹਿਲ ਭਾਫ ਤੇ ਬਾਅਦ ਵਿੱਚ ਡੀਜ਼ਲ ਅਤੇ ਬਿਜਲੀ ਦੀ ਸ਼ਕਤੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੀ ਕਾਢ ਵਸਤੂਆਂ ਦੀ ਪੈਦਾਵਾਰ ਵਿੱਚ ਇੱਕ ਬਹੁਤ ਹੀ ਵੱਡਾ ਕਦਮ ਸੀ। ਦੂਸਰੇ ਪੱਖ ਨੂੰ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਮਸ਼ੀਨ ਦੀ ਕਾਢ ਨੇ ਉਸ ਸਮੇਂ ਦੇ ਹੱਥ ਖੱਡੀ ਬੁਣਕਰਾਂ ਅਤੇ ਚਰਖਿਆਂ ਤੇ ਪੈਦਾਵਾਰ ਕਰਨ ਵਾਲੇ ਕਾਮਿਆਂ ਲਈ ਤਬਾਹੀ ਵੀ ਲਿਆਂਦੀ। ਇਹ ਕਾਮੇ ਸ਼ਕਤੀਸ਼ਾਲੀ ਮਸ਼ੀਨਾਂ ਦੁਆਰਾ ਕਈ ਪ੍ਰਕਾਰ ਦੀਆਂ ਚੀਜ਼ਾਂ ਨੂੰ ਪੈਦਾਵਾਰ ਦੇ ਰੂਪ ਵਿੱਚ ਬਣਾਉਣ ਦੀ ਸਮਰੱਥਾ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਜੋ ਕੰਮ ਇਹ ਦਸਤਕਾਰ ਕਾਮੇ ਇੱਕ ਹਫ਼ਤੇ ਵਿੱਚ ਕਰਦੇ, ਉਸੇ ਕੰਮ ਨੂੰ ਮਸ਼ੀਨਾਂ ਇੱਕ ਦਿਨ ਵਿੱਚ ਕਰਨ ਦੇ ਸਮਰੱਥ ਸਨ। ਇਹਨਾਂ ਮਸ਼ੀਨਾਂ ਅਤੇ ਸਾਜੋ ਸਮਾਨ ਦੀ ਵਰਤੋਂ ਸਦਕਾ ਲੋਕਾਂ ਦੇ ਦੋ ਸਮੂਹ ਬਣਨ ਵਾਸਤੇ ਥਾਂ ਬਣ ਗਈ। ਇੱਕ ਸਰਮਾਏਦਾਰ ਜਮਾਤ ਜਿਸ ਪਾਸ ਸ਼ਕਤੀਸ਼ਾਲੀ ਮਸ਼ੀਨਰੀ ਅਤੇ ਹੋਰ ਸਾਜੋ ਸਮਾਨ ਸੀ।
ਪਰ ਇਹ ਵਰਗ ਆਪ ਕੰਮ ਨਹੀਂ ਸੀ ਕਰਦਾ, ਪਰ ਦੂਜੀ ਉਹ ਉਦਯੋਗਿਕ ਕਾਮਾ ਜਮਾਤ ਸੀ ਜਿਸ ਕੋਲ ਪੈਦਾਵਾਰੀ ਸਾਧਨਾਂ ਦੀ ਮਾਲਕੀ ਨਹੀਂ ਸੀ, ਪਰ ਉਹ ਤਨਖਾਹਾਂ ਬਦਲੇ ਮਾਲਕਾਂ ਲਈ ਕੰਮ ਕਰਨ ਉੱਤੇ ਮਜਬੂਰ ਸੀ। ਜਿਵੇਂ ਕਿ ਪੁਰਾਣੇ ਜਗੀਰੂ ਸਮਾਜ ਵਿੱਚ ਭੂਮੀਹੀਣ ਕਿਰਤੀ ਅਤੇ ਹਲਵਾ ਕਾਮੇ ਜਗੀਰਦਾਰ ਮਾਲਕਾਂ ਵਾਸਤੇ ਕੰਮ ਕਰਦੇ ਸਨ। ਇਹ ਪੈਦਾਵਾਰੀ ਵਸੀਲਿਆਂ 'ਚ ਤਬਦੀਲੀ ਅਚੇਤ ਤੌਰ 'ਤੇ ਬਗੈਰ ਕਿਸੇ ਵਿਅਕਤੀ ਵਿਸ਼ੇਸ਼ ਦੀ ਯੋਜਨਾ ਦੇ ਆਈ। ਇਹ ਉਹਨਾਂ ਕੁਝ ਲੋਕਾਂ ਦੁਆਰਾ ਲਏ ਨਵੇਂ ਗਿਆਨ ਦਾ ਨਤੀਜਾ ਸੀ ਜਿਸ ਨੂੰ ਇਹਨਾਂ ਨੇ ਆਪਣੇ ਫਾਇਦੇ ਖਾਤਰ ਪੈਦਾਵਾਰ ਵਿੱਚ ਅਜਮਾਇਆ। ਇਹਨਾਂ ਲੋਕਾਂ ਨੇ ਨਾ ਪਹਿਲਾਂ ਸੋਚਿਆ ਸੀ ਤੇ ਨਾ ਹੀ ਚਾਹਿਆ ਸੀ ਕਿ ਮਸ਼ੀਨ ਦੀ ਕਾਢ ਅਤੇ ਉਸ ਨੂੰ ਅਮਲ ਵਿੱਚ ਲਿਆਉਣ ਨਾਲ ਕਿਹੜੇ ਸਮਾਜਿਕ ਨਤੀਜੇ ਸਾਹਮਣੇ ਆਉਣਗੇ। ਮਾਰਕਸ ਅਨੁਸਾਰ ਇਹ ਸੱਚ ਮਨੁੱਖੀ ਸਮਾਜ ਵਿੱਚ ਪਹਿਲਾਂ ਆਈਆਂ ਸਾਰੀਆਂ ਤਬਦੀਲੀਆਂ ਦਾ ਹੈ। ਮਨੁੱਖ ਨੇ ਤੇਜ਼ੀ ਨਾਲ ਗਿਆਨ ਹਾਸਲ ਕਰਕੇ ਇਸ ਗਿਆਨ ਨੂੰ ਮਸ਼ੀਨ ਦੇ ਰੂਪ 'ਚ ਅਮਲ ਵਿੱਚ ਲਿਆਂਦਾ ਤੇ ਇਹੋ ਸਮਾਜਿਕ ਤਬਦੀਲੀਆਂ ਦਾ ਬੁਨਿਆਦੀ ਕਾਰਨ ਬਣਿਆ। ਇਹਨਾਂ ਤਬਦੀਲੀਆਂ ਨੇ ਜਗੀਰਦਾਰੀ ਸ਼੍ਰੇਣੀ ਦੀ ਥਾਂ 'ਤੇ ਸਰਮਾਏਦਾਰੀ ਵਰਗ ਅਤੇ ਉਦਯੋਗਿਕ ਕਾਮਾ ਜਮਾਤ ਪੈਦਾ ਕੀਤੀ। ਸਮਾਜਿਕ ਤਬਦੀਲੀਆਂ ਨੇ ਅੱਗੇ ਚੱਲ ਕੇ ਸਮਾਜ ਵਿਚਲੀਆਂ ਸ਼੍ਰੇਣੀਆਂ ਦੇ ਆਪਸੀ ਵਿਰੋਧਾਂ ਨੂੰ ਜਨਮ ਦਿੱਤਾ। ਜਦੋਂ ਇਹ ਸ਼੍ਰੇਣੀ ਵਿਰੋਧ ਅੱਗੇ ਆਏ ਤਾਂ ਧਰਮ, ਪਾਰਲੀਮੈਂਟ ਅਤੇ ਇਨਸਾਫ ਨਾਲ ਜੁੜੀਆਂ ਸੰਸਥਾਵਾਂ ਦੇ ਵਿਚਾਰਾਂ ਉੱਤੇ ਵੀ ਇਹ ਤਬਦੀਲੀਆਂ ਅਸਰ ਅੰਦਾਜ਼ ਹੋਈਆਂ, ਕਿਉਂਕਿ ਇਹ ਵਿਚਾਰ ਜਾਂ ਸੰਸਥਾਵਾਂ ਪੁਰਾਣੇ ਸਮਾਜਿਕ ਢਾਂਚੇ ਦੀ ਪੈਦਾਵਾਰ ਦੇ ਪੁਰਾਣੇ ਤਰੀਕਿਆਂ ਦੀ ਬੁਨਿਆਦ ਉੱਤੇ ਵਧੇ ਫੁੱਲੇ ਸਨ। ਇਹਨਾਂ ਪੁਰਾਣੇ ਵਿਚਾਰਾਂ ਅਤੇ ਸੰਸਥਾਨਾਂ ਦੀ ਹੋਂਦ ਕਿਵੇਂ ਬਣੀ ਤੇ ਇਹਨਾਂ ਦੇ ਅੰਤ ਦੀ ਕੀ ਵਜ੍ਹਾ ਸੀ, ਇਸ ਦੇ ਉੱਤਰ ਵਜੋਂ ਮਾਰਕਸ ਸੰਕੇਤ ਦਿੰਦਾ ਹੈ ਕਿ ਹਰ ਥਾਂ ਤੇ ਹਮੇਸ਼ਾ ਹੀ ਵਿਚਾਰ ਤੇ ਸੰਸਥਾਨ ਮਨੁੱਖ ਦੇ ਅਸਲ ਅਭਿਆਸ ਤੇ ਅਮਲਾਂ ਕਾਰਨ ਬਣਦੇ ਹਨ। ਇਹਨਾਂ ਵਿੱਚ ਸਭ ਤੋਂ ਪਹਿਲਾਂ ਸੀ ਮਨੁੱਖ ਦੀ ਜ਼ਿੰਦਗੀ ਦੀਆਂ ਮੁੱਢਲੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਵੇਂ ਕਿ ਖਾਣਾ ਪੀਣਾ, ਕੱਪੜਾ ਤੇ ਸਿਰ ਢੱਕਣ ਲਈ ਛੱਤ, ਅਤੇ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੈਦਾਵਾਰ ਦੇ ਸਾਧਨਾਂ ਨੂੰ ਵਰਤਣਾ, ਚਾਹੇ ਉਹ ਜਗੀਰੂ ਸਮਾਜਿਕ ਜਾਂ ਆਧੁਨਿਕ ਸਰਮਾਏਦਾਰੀ ਪ੍ਰਬੰਧ ਹੋਵੇ। ਇਹਨਾਂ ਵਿੱਚ ਰਹਿਣ ਵਾਲੇ ਮੈਂਬਰਾਂ ਦੇ ਆਪਸੀ ਸਮਾਜਿਕ ਸੰਬੰਧ ਪੈਦਾਵਾਰ ਦੇ ਤਰੀਕਿਆਂ ਉੱਪਰ ਹੀ ਨਿਰਭਰ ਕਰਦੇ ਸਨ ਅਤੇ ਕਰਦੇ ਹਨ। ਲੋਕਾਂ ਨੇ ਪੁਰਾਣੇ ਸਮਾਜ ਜਾਂ ਨਵੇਂ ਸਮਾਜ ਦੇ ਵਿਚਾਰਾਂ ਸੰਸਥਾਵਾਂ ਬਾਰੇ ਅਗੇਤਾ ਨਹੀਂ ਵਿਚਾਰਿਆ ਸੀ। ਲੋਕਾਂ ਨੇ ਪੁਰਾਣੇ ਸਮਾਜ ਜਾਂ ਨਵੇਂ ਸਮਾਜ ਦੇ ਵਿਚਾਰਾਂ ਅਤੇ ਸੰਸਥਾਵਾਂ ਬਾਰੇ ਅਗੇਤਾ ਨਹੀਂ ਵਿਚਾਰਿਆ ਸੀ, ਸਗੋਂ ਸਮਾਂ ਪਾ ਕੇ ਹਰ ਗਰੁੱਪ ਜਾਂ ਬਰਾਦਰੀ ਦੀਆਂ ਰਸਮਾਂ ਜਾਂ ਰਵਾਇਤਾਂ ਵਿੱਚੋਂ ਸੰਸਥਾਵਾਂ ਦਾ ਜਨਮ ਹੋਇਆ। ਇਹਨਾਂ ਦੇ ਨਿਯਮ ਅਤੇ ਨੈਤਿਕ ਧਾਰਨਾਵਾਂ
ਤੇ ਹੋਰ ਵਿਚਾਰ ਇਹਨਾਂ ਰਸਮਾਂ ਜਾਂ ਰਵਾਇਤਾਂ ਵਿੱਚੋਂ ਹੀ ਹੋਂਦ ਧਾਰਦੇ ਹਨ। ਇਹ ਰਸਮਾਂ ਜਾਂ ਰਵਾਇਤਾਂ ਸਿੱਧੇ ਤੌਰ 'ਤੇ ਪੈਦਾਵਾਰ ਦੇ ਤਰੀਕਿਆਂ ਨਾਲ ਜੁੜੀਆਂ ਹੁੰਦੀਆਂ ਹਨ। ਸਮਾਂ ਪਾ ਕੇ ਪੈਦਾਵਾਰ ਦੇ ਸਾਧਨ ਵਿਕਸਿਤ ਹੋਣ ਨਾਲ ਇਹਨਾਂ ਸਾਰੀਆਂ ਰਸਮਾਂ ਜਾਂ ਰਵਾਇਤਾਂ ਦਾ ਜਨਮ ਮਨੁੱਖੀ ਸਮਾਜ ਵਿੱਚ ਹੋਇਆ। ਕੱਪੜੇ ਦੀ ਪੈਦਾਵਾਰ ਕਰਨ ਲਈ ਸਾਧਨ ਦੇ ਤੌਰ 'ਤੇ ਹੱਥ ਖੱਡੀ ਦੀ ਵਰਤੋਂ ਕਰਨਾ, ਹੋਰ ਵੀ ਅਜਿਹੇ ਸਾਧਨਾਂ ਦੇ ਜ਼ਰੀਏ ਵੱਖੋ ਵੱਖਰੀ ਪਦਾਰਥਾਂ ਤੇ ਵਸਤਾਂ ਦੀ ਪੈਦਾਵਾਰ ਕੀਤੀ ਜਾਂਦੀ ਸੀ। ਜਦੋਂ ਅਸੀਂ ਇਸ ਸਿਧਾਂਤ 'ਤੇ ਚੱਲਦੇ ਹਾਂ ਤਾਂ ਅਗਾਂਹ ਉਜਾਗਰ ਹੁੰਦਾ ਹੈ ਕਿ ਜਦੋਂ ਵੀ ਪੈਦਾਵਾਰ ਦੇ ਵਸੀਲਿਆਂ ਜਾਂ ਸਾਧਨਾਂ ਵਿੱਚ ਤਬਦੀਲੀ ਆਈ ਤਾਂ ਸੰਸਥਾਵਾਂ ਦੇ ਵਿਚਾਰਾਂ ਨੇ ਨਵਾਂ ਰੂਪ ਧਾਰਨ ਕੀਤਾ। ਉਦਾਹਰਣ ਦੇ ਤੌਰ 'ਤੇ ਜਾਗੀਰਦਾਰੀ ਪ੍ਰਬੰਧ ਸਰਮਾਏਦਾਰੀ ਪ੍ਰਬੰਧ ਵਿੱਚ ਤਬਦੀਲ ਹੋਇਆ। ਜੋ ਇੱਕ ਸਮੇਂ ਕੋਈ ਰਸਮ ਜਾਂ ਰਵਾਇਤ ਨੈਤਿਕ ਮੰਨੀ ਜਾਂਦੀ ਸੀ, ਉਹ ਦੂਜੇ ਦੌਰ ਵਿੱਚ ਆ ਕੇ ਅਨੈਤਿਕ ਹੋ ਗਈ ਜਾਂ ਹੋ ਸਕਦੀ ਹੈ। ਇਹ ਕੁਦਰਤੀ ਸੀ ਕਿ ਜਦੋਂ ਪਦਾਰਥਕ ਜਾਂ ਪਦਾਰਥ ਪੈਦਾ ਕਰਨ ਵਾਲੇ ਵਸੀਲਿਆਂ ਵਿੱਚ ਤਬਦੀਲੀ ਆ ਰਹੀ ਸੀ ਤਾਂ ਸਥਾਪਤ ਸੰਸਥਾਨਾਂ ਜਾਂ ਸੰਸਥਾਵਾਂ ਨੂੰ ਵੰਗਾਰ ਪਈ ਤੇ ਵਿਚਾਰਾਂ ਦਾ ਵਿਰੋਧ ਪੈਦਾ ਹੋਇਆ। ਸਰਮਾਏਦਾਰੀ ਢੰਗ ਨਾਲ ਕੀਤੀ ਜਾ ਰਹੀ ਪੈਦਾਵਾਰ ਦੇ ਅਸਲੀ ਅਰਥਾਂ ਵਿੱਚ ਇਸ ਦੇ ਵਧਣ ਨਾਲ ਜਾਗੀਰਦਾਰੀ ਤੰਤਰ ਨਾਲ ਬੁਨਿਆਦੀ ਤੌਰ 'ਤੇ ਮਤਭੇਦ ਉੱਭਰਨ ਲੱਗੇ। ਇਹ ਅਗਾਂਹ ਵਿਰੋਧੀ ਵਿਚਾਰਾਂ ਦੀ ਹੋਂਦ ਧਾਰਨ ਕਰ ਗਏ। ਸਮਾਜ ਦੇ ਰੂਪ ਦਾ ਆਧਾਰ ਮਾਰਕਸਵਾਦ ਕਾਲਪਨਿਕ ਸਿਧਾਂਤਾਂ ਨੂੰ ਨਹੀਂ ਮੰਨਦਾ। ਮਾਰਕਸਵਾਦ ਵਿਗਿਆਨਕ ਆਧਾਰ ਦਾ ਧਾਰਨੀ ਹੈ ਕਿ ਮਨੁੱਖੀ ਵਿਚਾਰਾਂ ਵਿੱਚ ਉਪਜਣ ਵਾਲੇ ਸਿਧਾਂਤ ਖਾਸ ਦੌਰ ਤੇ ਸਥਾਨ ਦੇ ਸਮਾਜਿਕ ਸੰਗਠਨ ਦਾ ਸਿਰਫ ਝਲਕਾਰਾ ਹੀ ਪੇਸ਼ ਕਰਦੇ ਹਨ। ਇਹ ਹਮੇਸ਼ਾ ਤੇ ਹਰੇਕ ਥਾਂ ਇੱਕੋ ਜਿਹੇ ਸਾਬਤ ਹੋਣ ਦੀ ਸਮਰੱਥਾ ਨਹੀਂ ਰੱਖਦੇ। ਜੇਕਰ ਹੋਰ ਆਸਾਨ ਤੌਰ 'ਤੇ ਆਖਣਾ ਹੋਵੇ ਕਿ ਜੋ ਵਿਚਾਰ ਸਰਬ ਵਿਆਪਕ ਜਾਪਦੇ ਹੋਣ, ਜਿਵੇਂ ਮਨੁੱਖੀ ਬਰਾਬਰਤਾ ਤੇ ਸਮਾਨਤਾ ਦਾ ਵਿਚਾਰ ਹੈ, ਇਹ ਸਮਾਜ ਦੇ ਵੱਖ-ਵੱਖ ਪੜਾਵਾਂ ਲਈ ਇੱਕੋ ਅਰਥ ਨਹੀਂ ਰੱਖਦਾ। ਗ੍ਰੀਕ ਜਾਣੀ ਯੂਨਾਨ ਦੇ ਰਾਜਾਂ ਵਿੱਚ ਮਨੁੱਖਾਂ ਲਈ ਸਮਾਨਤਾ ਦੇ ਅਧਿਕਾਰ ਗੁਲਾਮਾਂ ਲਈ ਨਹੀਂ ਸਨ। ਭਾਰਤ ਵਿੱਚ ਮੁਗਲ ਕਾਲ ਸਮੇਂ ਰਜਵਾੜਾਸ਼ਾਹੀ ਲਈ ਅਤੇ ਜ਼ਗੀਰਦਾਰਾਂ ਵਾਸਤੇ ਕੰਮ ਕਰਨ ਵਾਲੇ ਬਗਾਰੀ ਕਾਮਿਆਂ ਜਾਂ ਗੁਲਾਮਾਂ ਲਈ ਮਨੁੱਖੀ ਬਰਾਬਰਤਾ ਦੇ ਅਧਿਕਾਰਾਂ ਦਾ ਕੋਈ ਅਰਥ ਨਹੀਂ ਸੀ। ਮਹਾਨ ਫਰਾਂਸੀਸੀ ਕ੍ਰਾਂਤੀ ਦੇ ਆਜ਼ਾਦੀ, ਬਰਾਬਰਤਾ ਅਤੇ ਭਾਈਬੰਦੀ ਦੇ ਅਰਥ ਸਨ। ਸਰਮਾਏਦਾਰ ਜਮਾਤ ਲਈ ਵਪਾਰ ਕਰਨ ਦੀ ਆਜ਼ਾਦੀ। ਸਰਮਾਏਦਾਰੀ ਵਰਗ ਇੱਛਾ ਰੱਖਦਾ ਸੀ ਕਿ ਉਸ ਨੂੰ ਵੀ ਜਗੀਰੂ ਜਮਾਤ ਵਾਲੀ ਬਰਾਬਰਤਾ ਹਾਸਲ ਹੋਵੇ। ਇਸ ਤੋਂ ਅੱਗੇ ਅਮੀਰ ਰਜਵਾੜਾਸ਼ਾਹੀ ਵਰਗ ਦੇ ਦਬਦਬੇ ਤੇ ਪਾਬੰਦੀਆਂ ਖਿਲਾਫ ਪੂੰਜੀਵਾਦੀ ਵਰਗ ਦਾ ਆਪਸੀ ਸਹਿਯੋਗ ਕਰਨਾ ਲਾਜ਼ਮੀ ਸੀ। ਇਹਨਾਂ ਬਰਾਬਰੀ ਦੇ ਹੱਕਾਂ ਜਾਂ ਵਿਚਾਰਾਂ ਵਿੱਚੋਂ ਇੱਕ ਵੀ ਫਰਾਂਸੀਸੀ ਬਸਤੀਆਂ 'ਚ ਰਹਿੰਦੇ ਗੁਲਾਮਾਂ ਲਈ ਅਮਲ ਵਿੱਚ ਨਹੀਂ ਆਇਆ। ਇੱਥੋਂ ਤੱਕ ਕਿ ਫਰਾਂਸ ਵਿੱਚ ਰਹਿਣ ਵਾਲੇ ਗਰੀਬ ਵਰਗ ਜਾਂ ਸ਼੍ਰੇਣੀ ਲਈ ਇਹਨਾਂ ਬਰਾਬਰੀ ਦੇ ਹੱਕਾਂ ਜਾਂ ਵਿਚਾਰਾਂ ਦਾ ਕੋਈ ਅਰਥ ਨਹੀਂ ਸੀ।
ਇੰਗਲੈਂਡ ਵਿੱਚ ਜਿਹੜੇ ਬਰਾਬਰੀ ਦੇ ਹੱਕਾਂ ਜਾਂ ਵਿਚਾਰਾਂ ਦੇ ਸਰਮਾਏਦਾਰ ਭਾਈਚਾਰੇ ਵਾਸਤੇ ਅਰਥ ਸਨ, ਉਹ ਇੰਗਲੈਂਡ ਦੇ ਕਾਮਾ ਸ਼੍ਰੇਣੀ ਜਾਂ ਅੰਗਰੇਜ਼ੀ ਰਾਜ ਥੱਲੇ ਗੁਲਾਮ ਬਸਤੀਆਂ ਦੇ ਲੋਕਾਂ ਲਈ ਕਦੇ ਵੀ ਅਮਲ ਵਿੱਚ ਨਹੀਂ ਆਏ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦੀ ਰਚਨਾ ਨਾਲ ਜੁੜੇ ਵਿਚਾਰ ਸ਼੍ਰੇਣੀ ਦੀ ਸੋਚ ਹੁੰਦੇ ਹਨ। ਸਮਾਜ ਵਿੱਚ ਦੋਸਤੋ ਆਪਣਾ ਗਲਬਾ ਰੱਖਣ ਵਾਲਾ ਵਰਗ ਸਮਾਜ ਦੇ ਲੋਕਾਂ ਉੱਪਰ ਆਪਣੇ ਪ੍ਰਚਾਰ ਦੇ ਸਾਧਨਾਂ ਤੇ ਮਾਲਕੀ ਅਤੇ ਸਿੱਖਿਆ ਉੱਪਰਲੇ ਨਿਯੰਤਰਣ ਨਾਲ ਵਿਚਾਰਾਂ ਦਾ ਪ੍ਰਚਾਰ ਕਰਦਾ ਹੈ। ਆਪਣੇ ਵਿਚਾਰਾਂ ਨੂੰ ਥੋਪਣ ਲਈ ਅਤੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਵਾਸਤੇ ਕਾਨੂੰਨੀ ਅਦਾਲਤਾਂ ਅਤੇ ਅਜਿਹੇ ਕਈ ਹੋਰ ਤਰੀਕਿਆਂ ਦੀ ਵਰਤੋਂ ਨੂੰ ਅਮਲ ਵਿੱਚ ਲਿਆਉਂਦਾ ਹੈ। ਇੱਥੇ ਇਹ ਮਤਲਬ ਨਹੀਂ ਹੈ ਕਿ ਸਮਾਜ 'ਤੇ ਗਲਬਾ ਰੱਖਣ ਵਾਲਾ ਵਰਗ ਇਹ ਕਹੇ ਕਿ ਕੋਈ ਵਿਚਾਰ ਜੋ ਅਸਲ ਤੌਰ 'ਤੇ ਸੱਚ ਨਹੀਂ ਹੈ, ਪਰ ਅਸੀਂ ਲੋਕਾਂ ਨੂੰ ਇਸ ਉੱਪਰ ਵਿਸ਼ਵਾਸ ਕਰਨ ਲਈ ਮਜਬੂਰ ਕਰਾਂਗੇ ਅਤੇ ਲੋਕ ਜਨਤਕ ਤੌਰ 'ਤੇ ਰੱਦ ਵੀ ਨਾ ਕਰਨ ਇਸ ਨੂੰ। ਬਿਲਕੁਲ ਇਸ ਦੇ ਉਲਟ ਦਬਦਬੇ ਥੱਲੇ ਦਬੀ ਹੋਈ ਸ਼੍ਰੇਣੀ ਜਾਂ ਜਮਾਤ ਨਿਯਮ ਵਜੋਂ ਅਜਿਹੇ ਕੋਈ ਵਿਚਾਰ ਨਹੀਂ ਘੜਦੀ। ਅਸਲ 'ਚ ਪੁਰਾਣੇ ਸਮਾਜ ਵਿੱਚ ਜਗੀਰਦਾਰ ਮਾਲਕਾਂ ਅਤੇ ਆਧੁਨਿਕ ਸਮਾਜ ਵਿੱਚ ਅਮੀਰ ਉਦਯੋਗਪਤੀਆਂ ਦੀ ਜਿਹੜੀ ਅਸਲੀ ਜ਼ਿੰਦਗੀ ਅਤੇ ਉਸਦੇ ਜੀਉਣ ਦੇ ਤਰੀਕਿਆਂ ਜਾਂ ਉਹਨਾਂ ਦੀ ਸ਼ਕਤੀ ਨਾਲ ਵਿਚਾਰ ਉੱਭਰਦੇ ਹਨ। ਜੇ ਆਪਣੇ ਆਪ ਆਰਥਕ ਪਦਾਰਥਕ ਉੱਨਤੀ ਸਦਕਾ ਰਹੀਸ ਬਣ ਕੇ ਰਹੀਸਪੁਣਾ ਰਚ ਲੈਂਦੇ ਹਨ ਤੇ ਇਸ ਆਧਾਰ ਉੱਪਰ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚੇ ਦਰਜੇ ਦੇ ਸਮਝਦੇ ਹਨ। ਪਰ ਜਦੋਂ ਅਜਿਹੀ ਸੋਚ ਜਾਂ ਵਿਚਾਰ ਸਥਾਪਿਤ ਹੋ ਜਾਂਦੇ ਹਨ ਤਾਂ ਸਮਾਜ ਉੱਪਰ ਹਾਵੀ ਵਰਗ ਲਈ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਉਹ ਹੋਰਨਾਂ ਦੀ ਪ੍ਰਵਾਨਗੀ ਨੂੰ ਵੀ ਯਕੀਨੀ ਬਣਾਏ। ਜੇਕਰ ਲੋਕ ਇਸ ਨੂੰ ਸਵੀਕਾਰ ਨਹੀਂ ਕਰਦੇ, ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਉਹ ਉਸ ਦੇ ਅਨੁਸਾਰ ਕੰਮ ਨਹੀਂ ਕਰ ਰਹੇ। ਉਦਾਹਰਣ ਵਜੋਂ ਅਜਿਹੇ ਲੋਕ ਜੋ ਰਾਜੇ ਦੇ ਪ੍ਰਚਲਿਤ ਦੇਵੀ ਹੱਕਾਂ ਨੂੰ ਵੰਗਾਰਦੇ ਹਨ, ਹਰ ਦੌਰ ਤੇ ਹਰ ਦੇਸ਼ ਦੇ ਸਮਾਜ ਨੂੰ ਕਾਬੂ ਰੱਖਣ ਵਾਲੀ ਜਮਾਤ ਜਾਂ ਸ਼੍ਰੇਣੀ ਅਜਿਹਾ ਹਰੇਕ ਕਦਮ ਚੁੱਕਦੀ ਹੈ ਜਿਨ੍ਹਾਂ ਵਿਚਾਰਾਂ ਤੋਂ ਉਸ ਦੀ ਸਥਾਪਤੀ ਨੂੰ ਖਤਰਾ ਹੈ, ਉਹਨਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਹ ਕਾਬਲੇ ਗੌਰ ਹੈ ਕਿ ਪੰਜਾਬ ਵਿਚਲੇ ਸਿੱਖ ਇਤਿਹਾਸ ਦੀ ਉਦਾਹਰਣ ਇੱਥੇ ਬਿਲਕੁਲ ਢੁਕਵੀਂ ਹੈ। ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਸੇ ਸੰਦਰਭ ਵਿੱਚ ਅਸੀਂ ਸਮਝ ਸਕਦੇ ਹਾਂ। ਸਿੱਖ ਲਹਿਰ ਦੀ ਵਿਚਾਰਧਾਰਾ ਤੋਂ ਉਸ ਸਮੇਂ ਦੀ ਰਜਵਾੜਾਸ਼ਾਹੀ ਅਤੇ ਧਾਰਮਿਕ ਸਥਾਪਤੀ ਨੂੰ ਖਤਰਾ ਮਹਿਸੂਸ ਹੋਇਆ। ਵਿਚਾਰਾਂ ਨੂੰ ਫੈਲਣ ਤੋਂ ਰੋਕਣ ਲਈ ਲਹਿਰ ਦੇ ਆਗੂਆਂ ਨੂੰ ਫੜ ਕੇ ਤਸੀਹੇ ਦੇ ਕੇ ਸ਼ਹੀਦ ਕਰਨਾ ਲਾਜ਼ਮੀ ਸਮਝਿਆ ਗਿਆ। ਲੋਕ ਸਮਾਜ ਵਿਚਲੇ ਨਵੇਂ ਰੂਪਾਂ ਦੀ ਹੋਂਦ ਲਈ ਹਾਲਾਤਾਂ ਦੇ ਉਪਜਣ ਤੋਂ ਪਹਿਲਾਂ ਅਜਿਹਾ ਨਹੀਂ ਸੋਚ ਸਕਦੇ, ਪਰ ਉਹ ਉਦੋਂ ਸੋਚਣ ਲੱਗਦੇ ਹਨ ਜਦੋਂ ਸਮਾਜ ਵਿਚਲੀਆਂ ਪੁਰਾਣੀਆਂ ਹਾਲਤਾਂ ਤੇ ਨਵੀਆਂ ਪੈਦਾਵਾਰੀ ਸ਼ਕਤੀਆਂ ਦਰਮਿਆਨ ਮੁੱਢਲੇ ਵਿਰੋਧਾਂ ਸਦਕਾ ਨਵੇਂ ਹਾਲਾਤ ਉਪਜਦੇ ਹਨ। ਪੂੰਜੀਵਾਦੀ ਸਮਾਜ ਦੀ ਰਚਨਾ ਤੋਂ ਪਹਿਲਾਂ ਇਸ ਖਾਤਰ ਹਾਲਾਤ ਪੈਦਾ ਹੋਏ ਤੇ ਇਹਨਾਂ ਹਾਲਾਤਾਂ ਵਿੱਚੋਂ ਪੂੰਜੀਵਾਦ
ਜਾਂ ਸਰਮਾਏਦਾਰੀ ਦੇ ਵਿਚਾਰ ਜਾਂ ਸਿਧਾਂਤ ਦਾ ਜਨਮ ਹੋਇਆ। ਭਾਵੇਂ ਵਿਚਾਰ ਸਮਾਜ ਵਿੱਚ ਪਦਾਰਥਕ ਹਾਲਤਾਂ ਵਿੱਚੋਂ ਉਪਜਦੇ ਹਨ, ਪਰ ਜਦੋਂ ਇਹ ਵਿਚਾਰ ਜਨਮਦੇ ਹਨ ਤਾਂ ਮਨੁੱਖੀ ਸਮਾਜਕ ਕੰਮਾਂ ਤੇ ਪਦਾਰਥਕ ਰਿਸ਼ਤਿਆਂ ਉੱਪਰ ਆਪਣਾ ਅਸਰ ਜ਼ਰੂਰ ਛੱਡਦੇ ਹਨ। ਜੇਕਰ ਇਸ ਨੂੰ ਹੋਰ ਸਰਲ ਬੋਲੀ ਵਿੱਚ ਕਹਿਣਾ ਹੋਵੇ ਤਾਂ ਸਰਮਾਏਦਾਰੀ ਸਮਾਜ ਵਿੱਚ ਮਨੁੱਖੀ ਰਿਸ਼ਤਿਆਂ ਤੇ ਸਰਮਾਏ, ਸਾਧਨਾਂ ਅਤੇ ਚੀਜ਼ਾਂ ਦੇ ਰੂਪ ਵਿੱਚ ਪਦਾਰਥਵਾਦ ਭਾਰੂ ਹੁੰਦਾ ਹੈ। ਮਨੁੱਖੀ ਰਿਸ਼ਤਿਆਂ ਦੀ ਅਹਿਮੀਅਤ ਇਹਨਾਂ ਪਦਾਰਥਾਂ ਦੇ ਲੋਭ ਬਸ ਖੁਰਦੀ ਨਜ਼ਰ ਆਉਂਦੀ ਹੈ। ਪੈਦਾਵਾਰ ਦੇ ਪੁਰਾਣੇ ਢੰਗ ਦੇ ਆਧਾਰਿਤ ਵਿਚਾਰ ਰੂੜੀਵਾਦੀ ਸੁਭਾਅ ਦੇ ਹੁੰਦੇ ਹਨ। ਇਹ ਮਨੁੱਖੀ ਵਿਕਾਸ ਦੇ ਕਾਰਜਾਂ ਨੂੰ ਅੱਗੇ ਵਧਣ ਤੋਂ ਰੋਕਦੇ ਹਨ। ਇਹੋ ਕਾਰਨ ਹੈ ਕਿ ਚਾਹੇ ਉਹ ਪੁਰਾਣਾ ਜਾਂ ਨਵਾਂ ਦੌਰ ਹੋਵੇ, ਉੱਚ ਵਰਗ ਇਹਨਾਂ ਰੂੜੀਵਾਦੀ ਵਿਚਾਰਾਂ ਦਾ ਪਾਠ ਲੋਕਾਂ ਨੂੰ ਪੜ੍ਹਾਉਣ ਲਈ ਪੂਰਾ ਟਿਲ ਲਾ ਦਿੰਦਾ ਹੈ, ਪਰ ਪਦਾਰਥਾਂ ਅਤੇ ਵਸਤੂਆਂ ਦੀ ਪੈਦਾਵਾਰ ਲਈ ਨਵੇਂ ਬਣੇ ਹਾਲਾਤਾਂ ਦੀ ਬੁਨਿਆਦ ਉੱਤੇ ਉਪਜੇ ਵਿਚਾਰ ਅਗਾਂਹ ਵਧੂ ਹੁੰਦੇ ਹਨ, ਜੋ ਨਵਾਂ ਪ੍ਰਬੰਧ ਜਾਂ ਨਿਜ਼ਾਮ ਲਿਆਉਣ ਲਈ ਮਨੁੱਖੀ ਕਾਰਜਾਂ ਨੂੰ ਹੌਸਲਾ ਵੀ ਦਿੰਦੇ ਹਨ। ਇਹੋ ਕਾਰਨ ਹੈ ਕਿ ਸਮਾਜ ਉੱਪਰ ਕਾਬਜ਼ ਵਰਗ ਅਜਿਹੇ ਨਵੇਂ ਵਿਚਾਰਾਂ ਨੂੰ ਖਤਰਨਾਕ ਕਰਾਰ ਦਿੰਦਾ ਹੈ। ਅਜਿਹਾ ਸਮਾਜਿਕ ਪ੍ਰਬੰਧ ਬਹੁਤ ਹੀ ਬੁਰਾ ਹੈ ਜੋ ਵੱਡੀ ਗਿਣਤੀ ਲੋਕਾਂ ਦੇ ਅਰਧ ਭੁੱਖਮਰੀ ਦੀ ਅਵਸਥਾ ਵਿੱਚ ਵੀ ਹੁਣ ਸਮੇਂ ਬਾਜ਼ਾਰ ਵਿੱਚ ਕੀਮਤਾਂ ਬਣਾਈ ਰੱਖਣ ਲਈ ਅਨਾਜ ਨੂੰ ਨਸ਼ਟ ਕਰ ਦੇਵੇ। ਅਜਿਹਾ ਵਿਚਾਰ ਜੋ ਅਜਿਹੇ ਸਮਾਜਿਕ ਪ੍ਰਬੰਧ ਨੂੰ ਬਦਲਣ ਲਈ ਰਾਹ ਦਸੇਰਾ ਬਣੇ, ਸਪਸ਼ਟ ਤੌਰ ਤੇ ਕਾਬਜ਼ ਨਿਜ਼ਾਮ ਲਈ ਇਹ ਬਹੁਤ ਹੀ ਖਤਰਨਾਕ ਵਿਚਾਰ ਹੋਵੇਗਾ। ਇਹ ਅਜਿਹੇ ਸਮਾਜਿਕ ਢਾਂਚੇ ਦੀ ਸਿਰਜਣਾ ਕਰਨ ਵਾਸਤੇ ਵਿਚਾਰਾਂ ਨੂੰ ਪ੍ਰੇਰਿਤ ਕਰਦਾ ਹੈ, ਜਿਸ ਵਿੱਚ ਪੈਦਾਵਾਰ ਸਮਾਜ ਦੇ ਲੋਕਾਂ ਲਈ ਔਰ ਲੋਕਾਂ ਦੀ ਵਰਤੋਂ ਲਈ ਹੋਵੇ, ਨਾ ਕਿ ਕਿਸੇ ਵਰਗ ਦੇ ਮੁਨਾਫੇ ਖਾਤਰ ਹੋਣੀ ਚਾਹੀਦੀ ਹੈ। ਅਗਾਂਹ ਜਾ ਕੇ ਇਹ ਵਿਚਾਰ ਸਮਾਜਵਾਦੀ ਜਥੇਬੰਦੀਆਂ ਦੇ ਸੰਗਠਨਾਂ ਲਈ ਬੁਨਿਆਦ ਬਣਦਾ ਹੈ, ਜੋ ਨਵੀਂ ਤਬਦੀਲੀ ਦਾ ਮੁੱਢ ਵੀ ਬਣਦਾ ਹੈ। ਮਾਰਕਸਵਾਦ ਦਾ ਸਮਾਜਿਕ ਵਿਕਾਸ ਦਾ ਸੰਕਲਪ, ਜੋ ਇਤਿਹਾਸਕ ਪਦਾਰਥਵਾਦ ਵਜੋਂ ਜਾਣਿਆ ਜਾਂਦਾ ਹੈ। ਮਾਰਕਸਵਾਦ ਦਾ ਮਤ ਇਹ ਹੈ ਕਿ ਮਨੁੱਖ ਦੇ ਕਾਰਜਾਂ ਨੂੰ ਅਸਲ ਵਿੱਚ ਉਸ ਦੇ ਆਲੇ ਦੁਆਲੇ ਦੀ ਪਦਾਰਥਕ ਦੁਨੀਆ ਹੀ ਨਿਸ਼ਚਿਤ ਕਰਦੀ ਹੈ। ਇਸ ਨੂੰ ਜੇਕਰ ਅਸੀਂ ਸਰਲ ਬੋਲੀ ਵਿੱਚ ਕਹਿਣਾ ਹੋਵੇ ਕਿ ਆਲੇ ਦੁਆਲੇ ਦੀ ਪਦਾਰਥਕ ਦੁਨੀਆ ਵਿੱਚ ਖਾਣ ਪੀਣ ਤੋਂ ਲੈ ਕੇ ਹਰ ਲੋੜੀਂਦੀ ਵਸਤੂ ਬਾਜ਼ਾਰ ਵਿੱਚ ਹਾਜ਼ਰ ਹੈ। ਇਸ ਲਈ ਵਿਆਹ ਸ਼ਾਦੀ ਜਾਂ ਹੋਰ ਵੀ ਕਿਸੇ ਪ੍ਰਕਾਰ ਦੀ ਸਮਾਜਿਕ ਰਸਮ ਦੇ ਕਾਰਜ ਇਸ ਪਦਾਰਥਕ ਦੁਨੀਆ ਦੇ ਅਨੁਸਾਰ ਹੀ ਤੈਅ ਹੁੰਦੇ ਹਨ। ਅਜੋਕੇ ਸਮੇਂ ਵਿੱਚ ਮਨੁੱਖ ਵੱਧ ਤੋਂ ਵੱਧ ਪਦਾਰਥਾਂ ਨੂੰ ਹਾਸਲ ਕਰਨ ਦੀ ਦੌੜ ਵਿੱਚ ਦੌੜ ਰਿਹਾ ਹੈ ਅਤੇ ਅਸੀਂ ਰੋਜ਼ ਇਸ 'ਤੇ ਚਰਚਾ ਕਰਦੇ ਹਾਂ ਕਿ ਜਿਹੜੇ ਮਨੁੱਖੀ ਰਿਸ਼ਤੇ ਹਨ ਉਹਨਾਂ ਦੀ ਅਹਿਮੀਅਤ ਦਿਨ ਬ ਦਿਨ ਘਟ ਰਹੀ ਹੈ। ਮਨੁੱਖੀ ਕਾਰਜਾਂ ਨਾਲ ਸਮਾਜ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਉਸ ਦਾ ਆਲੇ ਦੁਆਲੇ ਦੇ
ਪਦਾਰਥਾਂ 'ਤੇ ਕਾਬੂ ਪਾਉਣਾ ਉਸਦੇ ਆਪਣੇ ਗਿਆਨ ਦੀ ਹੀ ਉਪਜ ਹੈ। ਮਨੁੱਖ ਇਹ ਗਿਆਨ ਪਦਾਰਥ ਬਣਾਉਣ ਵਾਲੀ ਦੁਨੀਆ ਦੇ ਤਜਰਬਿਆਂ ਜ਼ਰੀਏ ਹੀ ਪ੍ਰਾਪਤ ਕਰਦਾ ਹੈ। ਇਹ 'ਚ ਕੋਈ ਸ਼ੱਕ ਨਹੀਂ ਕਿ ਆਦਮੀ ਨੂੰ ਇਹ ਤਜਰਬਾ ਕਾਲਪਨਿਕ ਤੌਰ 'ਤੇ ਨਹੀਂ ਮਿਲਦਾ। ਜਿਵੇਂ ਕੋਈ ਆਰਾਮ ਕੁਰਸੀ ਉੱਤੇ ਬੈਠ ਕੇ ਇਹ ਕਲਪਨਾ ਕਰੇ ਕਿ ਮੈਂ ਹੁਣ ਕਾਰ ਚਲਾ ਰਿਹਾ ਹਾਂ, ਪਰ ਅਸਲ ਵਿੱਚ ਇਹ ਜ਼ਿੰਦਗੀ ਜਿਉਣ ਦੀਆਂ ਲੋੜੀਂਦੀਆਂ ਵਸਤਾਂ ਜਾਂ ਚੀਜ਼ਾਂ ਪੈਦਾ ਕਰਨ ਦੇ ਅਮਲ ਵਿੱਚੋਂ ਇਹ ਗਿਆਨ ਪ੍ਰਾਪਤ ਹੁੰਦਾ ਹੈ। ਜਿਉਂ ਹੀ ਮਨੁੱਖ ਦਾ ਗਿਆਨ ਵਿਕਸਦਾ ਜਾਂ ਵੱਧਦਾ ਜਾਂਦਾ ਹੈ, ਪੈਦਾਵਾਰ ਕਰਨ ਦੇ ਨਵੇਂ ਢੰਗਾਂ ਦੀ ਕਾਢ ਨਿਕਲਦੀ ਅਤੇ ਵਰਤੀ ਜਾਂਦੀ ਹੈ। ਸਮਾਜਿਕ ਢਾਂਚੇ ਦੇ ਪੁਰਾਣੇ ਰੂਪ ਜਿਵੇਂ ਰੂੜੀਵਾਦੀ ਵਿਚਾਰ ਅਤੇ ਰਵਾਇਤਾਂ ਆਦਿ ਨਵੇਂ ਢੰਗਾਂ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਦੇ ਰਾਹ ਵਿੱਚ ਅੜਿੱਕਾ ਖੜਾ ਕਰਦੇ ਹਨ। ਇਹਨਾਂ ਪੁਰਾਣੀਆਂ ਰਸਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਕਾਰਨ ਸ਼ੋਸ਼ਣ ਦੀ ਸ਼ਿਕਾਰ ਹੋਣ ਵਾਲੀ ਸ਼੍ਰੇਣੀ ਜ਼ਿੰਦਗੀ ਦੇ ਅਸਲੀ ਤਜਰਬੇ ਤੋਂ ਇਸ ਬਾਰੇ ਸੁਚੇਤ ਹੋ ਕੇ ਪੈਦਾ ਕੀਤੀਆਂ ਜਾਂਦੀਆਂ ਇਹਨਾਂ ਅੜਚਨਾਂ ਤੇ ਬੁਰਾਈਆਂ ਖਿਲਾਫ ਸੰਘਰਸ਼ ਕਰਦੀ ਹੈ। ਲਾਜ਼ਮੀ ਤੌਰ 'ਤੇ ਸਮਾਜਿਕ ਢਾਂਚੇ ਨੂੰ ਬਦਲਣ ਲਈ ਰਾਜ ਕਰ ਰਹੀ ਸ਼੍ਰੇਣੀ ਦੇ ਖਿਲਾਫ ਉੱਠਣ ਵਾਲਾ ਇਹ ਵਿਰੋਧ ਸਮਾਜਿਕ ਸੰਘਰਸ਼ ਵੱਲ ਖਿੱਚਿਆ ਜਾਂਦਾ ਹੈ। ਇੱਕ ਨਿਸ਼ਚਿਤ ਹੱਦ ਤੱਕ ਹੀ ਸਾਰੇ ਅਮਲ ਜਿਸ ਰਾਹੀਂ ਪੁਰਾਣੇ ਸਮਾਜਿਕ ਜਗੀਰੂ ਪ੍ਰਬੰਧ ਵਿੱਚੋਂ ਨਵੀਆਂ ਪੈਦਾਵਾਰੀ ਸ਼ਕਤੀਆਂ ਜਿਵੇਂ ਕਾਰਖਾਨੇ ਅਤੇ ਕੰਪਨੀਆਂ ਆਦਿ ਉਸਰਦੀਆਂ ਹਨ, ਪਰ ਇਹ ਮੁੱਢਲੇ ਤੌਰ 'ਤੇ ਪੈਦਾਵਾਰੀ ਸ਼ਕਤੀਆਂ ਅਚੇਤ ਅਤੇ ਗੈਰ ਯੋਜਨਾਬੱਧ ਹੁੰਦੀਆਂ ਹਨ। ਇਸੇ ਤਰ੍ਹਾਂ ਦਾ ਸੁਭਾਅ ਪੁਰਾਣੇ ਸਮਾਜਿਕ ਪ੍ਰਬੰਧ ਦੇ ਸਮਾਜਿਕ ਸੰਗਠਨਾਂ ਅਤੇ ਪੁਰਾਣੇ ਰੂਪਾਂ ਦੇ ਖਿਲਾਫ ਉੱਠਣ ਵਾਲੇ ਅੰਦੋਲਨਾਂ ਦਾ ਵੀ ਹੁੰਦਾ ਹੈ। ਅਜਿਹੇ ਪੜਾਅ ਵੀ ਆਉਂਦੇ ਹਨ ਜਦੋਂ ਪੁਰਾਣੀਆਂ ਪੈਦਾਵਾਰੀ ਸ਼ਕਤੀਆਂ ਦੇ ਸ਼੍ਰੇਣੀ ਸੰਬੰਧ ਨਵੀਆਂ ਪੈਦਾਵਾਰੀ ਸ਼ਕਤੀਆਂ ਦੇ ਰਾਹ ਵਿੱਚ ਰੁਕਾਵਟਾਂ ਬਣਦੇ ਦੇਖੇ ਜਾ ਸਕਦੇ ਹਨ। ਇੱਥੇ ਇਹ ਧਿਆਨਯੋਗ ਹੈ ਕਿ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਲਈ ਇੱਕ ਪੜਾਅ 'ਤੇ ਪਹੁੰਚ ਕੇ ਹੋਰ ਅਚੇਤ ਅਤੇ ਗੈਰ ਯੋਜਨਾਬੱਧ ਰਹਿਣਾ ਜ਼ਰੂਰੀ ਨਹੀਂ ਹੈ, ਕਿਉਂਕਿ ਮਨੁੱਖ ਸਮਾਜਿਕ ਤਬਦੀਲੀਆਂ ਦੇ ਸਿਧਾਂਤ ਬਾਰੇ ਲੋੜੀਂਦਾ ਤਜਰਬਾ ਤੇ ਗਿਆਨ ਹਾਸਲ ਕਰ ਚੁੱਕਿਆ ਹੈ। ਇਸ ਤਜਰਬੇ ਅਤੇ ਗਿਆਨ ਦੀ ਵਰਤੋਂ ਕਰਕੇ ਅਗਲੇ ਪੜਾਅ 'ਤੇ ਪਹੁੰਚ ਕੇ ਇੱਕ ਅਜਿਹਾ ਸਮਾਜ ਸਥਾਪਿਤ ਹੋਵੇ ਜਿੱਥੇ ਪੈਦਾਵਾਰ ਯੋਜਨਾਬੱਧ ਤੇ ਸੁਚੇਤ ਢੰਗ ਨਾਲ ਸਮਾਜ ਲਈ ਕੀਤੀ ਜਾਵੇ, ਨਾ ਕਿ ਸਿਰਫ ਕਿਸੇ ਵਰਗ ਦੇ ਮੁਨਾਫੇ ਵਾਸਤੇ ਹੋਵੇ। ਦੋਸਤੋ, ਐਂਗਲਜ਼ ਇਸ ਪੜਾਅ ਬਾਰੇ ਕਹਿੰਦਾ ਹੈ ਕਿ ਉਹ ਮਨੋਰਥ ਜਾਂ ਉਦੇਸ਼ ਤੇ ਬਾਹਰੀ ਤਾਕਤਾਂ ਜਿਨ੍ਹਾਂ ਹੁਣ ਤੱਕ ਇਤਿਹਾਸ 'ਤੇ ਦਬਦਬਾ ਜਾਣੀ ਆਪਣਾ ਪ੍ਰਭਾਵ ਬਣਾਈ ਰੱਖਿਆ, ਮਨੁੱਖ ਦੇ ਆਪਣੇ ਕਾਬੂ ਹੇਠ ਆ ਜਾਣਗੀਆਂ। ਇਹ ਉਸ ਸਮੇਂ ਹੀ ਸੰਭਵ ਹੋਵੇਗਾ ਜਦੋਂ ਵਿਅਕਤੀ ਪੂਰੇ ਹੋਸ਼ ਨਾਲ ਆਪਣੇ ਇਤਿਹਾਸ ਨੂੰ ਢਾਲਣਗੇ। ਐਂਗਲ ਦੇ ਇਹਨਾਂ ਕਹੇ ਹੋਏ ਸ਼ਬਦਾਂ ਨੂੰ ਅਸੀਂ ਫਿਰ ਸਰਲ ਬੋਲੀ ਵਿੱਚ ਦੁਹਰਾਉਂਦੇ ਹਾਂ ਤੇ ਇਸ ਤਰ੍ਹਾਂ ਸਮਝ ਸਕਦੇ ਹਾਂ। ਰਜਵਾੜਾ ਸ਼ਾਹੀ ਦੀਆਂ ਤਾਕਤਾਂ ਨੇ ਸਮਾਜ ਦੇ ਉਹਨਾਂ ਮਨੋਰਥਾਂ ਜਾਂ ਉਦੇਸ਼ਾਂ 'ਤੇ ਇਸ ਤਰ੍ਹਾਂ ਦੇ ਕਾਰਜ ਕੀਤੇ ਜਿਸ ਕਰਕੇ ਇਹਨਾਂ ਬਾਹਰੀ ਤਾਕਤਾਂ ਨੇ ਮਨੁੱਖੀ ਇਤਿਹਾਸ 'ਤੇ ਦਬਦਬਾ ਬਣਾਈ ਰੱਖਿਆ।
ਇਹ ਉਸ ਸਮੇਂ ਹੀ ਸੰਭਵ ਹੋਵੇਗਾ ਜਦੋਂ ਕਿਰਤੀ ਸ਼੍ਰੇਣੀ ਆਪਣੀ ਹੋਣੀ ਦੀ ਮਾਲਕ ਬਣੇਗੀ ਅਤੇ ਪੂਰੇ ਹੋਸ਼ ਨਾਲ ਆਪਣੇ ਇਤਿਹਾਸ ਨੂੰ ਉਸਾਰੇਗੀ। ਦੋਸਤੋ, ਮਾਰਕਸਵਾਦ ਦੀ ਜਾਣ ਪਛਾਣ ਦੇ ਮੁੱਖ ਵਿਸ਼ੇ ਦੇ ਅਗਲੇ ਭਾਗ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।